ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੂਲ ਮੰਤਰ ਸਿਰਫ ਇੱਕ ਵਾਰੀ ਆਉਂਦਾ ਹੈ। ਸਾਰੇ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਪਰਮੇਸ਼ਰ ਦਾ ਚਿੰਤਨ ਕਰਨ ਲਈ ਪਰਮਾਤਮਾ ਦਾ ਨਾਮ ਦੋ ਰੂਪਾਂ ਵਿੱਚ ਦਿੱਤਾ ਹੈ। ਇੱਕ ਹੈ ਮੂਲ ਮੰਤਰ, ਜੋ ਕਿ ਇੱਕ ਓਅੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਹੈ, ਤੇ ਦੂਸਰਾ ਹੈ ਗੁਰਮੰਤਰ ਵਾਹਿਗੁਰੂ। ਕਿਸੇ ਵੀ ਗੱਲ ਨੂੰ ਸਿੱਧ ਕਰਨ ਲਈ ਦਲੀਲ ਤੇ ਪ੍ਰਮਾਣ ਮੁੱਖ ਹਨ, ਹੱਠ ਮੁੱਖ ਨਹੀਂ ਹੈ। ਆਪਾਂ ਨੂੰ ਕਿਸੇ ਮਗਰ ਲੱਗ ਕੇ ਆਪਣਾ ਨੁਕਸਾਨ ਨਹੀਂ ਕਰਨਾ ਚਾਹੀਦਾ। ਸਾਨੂੰ ਮੂਲ ਮੰਤਰ ਦਾ ਵਿਵਾਦ ਛੱਡ ਕੇ ਜੋ ਜਿਉਂਦੇ ਜਾਗਦੇ ਪ੍ਰਮਾਣ ਹਨ, ਉਹਨਾਂ ਨੂੰ ਹੀ ਸਮਝ ਕੇ ਪੰਥ ਵਿੱਚੋਂ ਇਹ ਵਿਵਾਦ ਖਤਮ ਕਰ ਦੇਣਾ ਚਾਹੀਦਾ ਹੈ। ਹੁਣ ਉਹਨਾਂ ਪ੍ਰਮਾਣਾਂ ਵਿੱਚੋਂ ਪਹਿਲਾ ਪ੍ਰਮਾਣ ਧਿਆਨ ਨਾਲ ਸੁਣੋ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਯਾਤਰਾ ਵਿੱਚ ਮੂਲ ਮੰਤਰ ਦੇ ਵਿਵਾਦ ਨੂੰ ਖਤਮ ਕਰਨ ਦਾ ਇੱਕ ਪੁਖਤਾ ਸਬੂਤ ਮਿਲਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਿਆਂ ਸਿੱਖਾਂ ਨੂੰ ਸੰਪੂਰਨ ਮੂਲ ਮੰਤਰ ਜਪਣ ਲਈ ਦਿੱਤਾ, ਤੇ ਨਾਲ ਹੀ ਮੂਲ ਮੰਤਰ ਦੀਆਂ ਬਰਕਤਾਂ ਵੀ ਦਰਸਾਈਆਂ ਕਿ ਇਸ ਨੂੰ ਜਪਣ ਵਾਲੇ ਤੇ ਪੜ੍ਹਨ ਸੁਣਨ ਵਾਲੇ ਤਰਨਗੇ, ਜਿਸ ਤਰ੍ਹਾਂ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਦਰਜ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਦੋਂ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਸਮੁੰਦਰ ਨੂੰ ਪਾਰ ਕਰਨ ਲੱਗੇ ਤਾਂ ਉੱਥੇ ਕੋਈ ਵੀ ਕਿਸ਼ਤੀ ਜਾਂ ਜਹਾਜ਼ ਨਹੀਂ ਸੀ। ਜਦੋਂ ਗੁਰੂ ਨਾਨਕ ਸਾਹਿਬ ਸਮੁੰਦਰ 'ਤੇ ਤੁਰਨ ਲੱਗੇ ਤਾਂ ਭਾਈ ਮਰਦਾਨਾ ਬਹੁਤ ਡਰ ਗਿਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਮੈਂ ਸਮੁੰਦਰ ਵਿੱਚ ਡੁੱਬ ਜਾਵਾਂਗਾ। ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਭਾਈ ਮਰਦਾਨਿਆ, ਮੂਲ ਮੰਤਰ ਦਾ ਜਾਪ ਕਰ। ਜਿਸ ਤਰ੍ਹਾਂ ਤੂੰ ਮੂਲ ਮੰਤਰ ਦਾ ਜਾਪ ਕਰੇਂਗਾ ਉਸ ਤਰ੍ਹਾਂ ਤੂੰ ਸਮੁੰਦਰ ਨੂੰ ਪਾਰ ਹੁੰਦਾ ਜਾਏਗਾ, ਤੈਨੂੰ ਘਬਰਾਉਣ ਦੀ ਲੋੜ ਨਹੀਂ। ਗੁਰੂ ਜੀ ਦੀ ਗੱਲ ਸੁਣ ਕੇ ਭਾਈ ਮਰਦਾਨੇ ਨੂੰ ਬੜਾ ਹੌਸਲਾ ਹੋ ਗਿਆ ਤੇ ਉਹ ਮੂਲ ਮੰਤਰ ਦਾ ਜਾਪ ਕਰਦਾ ਹੋਇਆ ਸਮੁੰਦਰ ਤੋਂ ਪਾਰ ਹੋ ਗਿਆ। ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਸਿੱਖ ਜਗਤ ਦਾ ਸਭ ਤੋਂ ਪਹਿਲਾ ਇਤਿਹਾਸਿਕ ਗ੍ਰੰਥ ਜਨਮ ਸਾਖੀ ਹੈ, ਜੋ ਭਾਈ ਬਾਲੇ ਜੀ ਦੀ ਰਚਨਾ ਤੋਂ ਉਚਾਰਨ ਹੋਈ। ਹੁਣ ਸਾਧ ਸੰਗਤ ਜੀ, ਕਈ ਬੰਦੇ ਤਾਂ ਬਾਲੇ ਨੂੰ ਵੀ ਨਹੀਂ ਮੰਨਦੇ ਕਿ ਭਾਈ ਬਾਲਾ ਹੋਇਆ ਹੀ ਨਹੀਂ। ਸੋ ਤੁਸੀਂ ਉਹਨਾਂ ਮੂਰਖਾਂ ਦੇ ਮਗਰ ਨਹੀਂ ਲੱਗਣਾ, ਤੇ ਜੋ ਆਪਣਾ ਪੁਰਾਤਨ ਇਤਿਹਾਸ ਹੈ ਉਸ ਨਾਲ ਹੀ ਤੁਸੀਂ ਜੁੜਨਾ ਹੈ। ਭਾਈ ਬਾਲੇ ਜੀ ਦਾ ਅੰਗੀਠਾ ਸਾਹਿਬ ਸ਼੍ਰੀ ਖਡੂਰ ਸਾਹਿਬ ਵਿੱਚ ਹੈ। ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਉੱਥੇ ਜਾ ਕੇ ਆਪਣੀ ਤਸੱਲੀ ਕਰ ਸਕਦਾ ਹੈ। ਸੋ ਸਿੱਖ ਜਗਤ ਦਾ ਸਭ ਤੋਂ ਪਹਿਲਾ ਇਤਿਹਾਸਿਕ ਗ੍ਰੰਥ ਜਨਮ ਸਾਖੀ ਹੈ, ਜੋ ਭਾਈ ਬਾਲੇ ਜੀ ਦੀ ਰਚਨਾ ਤੋਂ ਉਚਾਰਨ ਹੋਈ। ਭਾਈ ਪੈੜੇ ਮੋਖੇ ਨੇ ਲਿਖੀ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਉਸ ਦਾ ਅੱਖਰ ਅੱਖਰ ਸੁਣਿਆ। ਜੇ ਮੂਲ ਮੰਤਰ ਗੁਰਪ੍ਰਸਾਦ ਤੱਕ ਹੀ ਦਿੱਤਾ ਹੁੰਦਾ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਭਾਈ ਬਾਲੇ ਨੂੰ ਟੋਕ ਦਿੰਦੇ ਕਿ ਅਸੀਂ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ, ਸਾਨੂੰ ਤਾਂ ਗੁਰਪ੍ਰਸਾਦ ਤੱਕ ਦਿੱਤਾ ਹੈ, ਤੁਹਾਨੂੰ ਨਾਨਕ ਹੋਸੀ ਭੀ ਸੱਚ ਤੱਕ ਕਿਵੇਂ ਦੇ ਦਿੱਤਾ। ਪਰੰਤੂ ਇਹ ਗੱਲ ਹੈ ਹੀ ਨਹੀਂ ਸੀ, ਜਿਸ ਕਰਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸੁਣ ਕੇ ਕੋਈ ਸ਼ੰਕਾ ਨਹੀਂ ਕੀਤੀ। ਹੁਣ ਦੂਸਰਾ ਪ੍ਰਮਾਣ ਸੁਣੋ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਸਪੁੱਤਰ ਸਨ। ਵੱਡੇ ਬਾਬਾ ਸ਼੍ਰੀ ਚੰਦ ਜੀ ਸਨ ਤੇ ਛੋਟੇ ਬਾਬਾ ਲਖਮੀ ਦਾਸ ਜੀ। ਬਾਬਾ ਸ਼੍ਰੀ ਚੰਦ ਜੀ ਤੋਂ ਉਦਾਸਨ ਭੇਖ ਵਿੱਚ ਵੱਡੇ ਮੰਡਲੇਸ਼ਵਰ ਸਵਾਮੀ ਈਸ਼ਰ ਦਾਸ ਤੇ ਮਹਾ ਮੰਡਲੇਸ਼ਵਰ ਬ੍ਰਹਮ ਜੀ ਤੋਂ ਵਿਦਵਾਨਾਂ ਨਾਲ ਵਿਚਾਰ ਕਰਨ ਤੋਂ ਪਤਾ ਲੱਗਾ ਕਿ ਬਾਬਾ ਸ਼੍ਰੀ ਚੰਦ ਜੀ ਤੋਂ ਲੈ ਕੇ ਅੱਜ ਤੱਕ ਉਦਾਸੀ ਸੰਤ ਮੂਲ ਮੰਤਰ ਸੰਪੂਰਨ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਜਪਦੇ ਆ ਰਹੇ ਹਨ। ਤੀਸਰਾ ਪ੍ਰਮਾਣ ਇਹ ਹੈ ਕਿ ਬਾਬਾ ਲਖਮੀ ਦਾਸ ਤੋਂ ਹੁਣ 17ਵੀਂ ਪੀੜ੍ਹੀ ਤੇ ਬਾਬਾ ਸਰਬਜੋਤ ਸਿੰਘ ਜੀ ਬੜੀ ਦ੍ਰਿੜਤਾ ਨਾਲ ਦੱਸਦੇ ਹਨ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਮੂਲ ਮੰਤਰ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਜਪਦੇ ਆ ਰਹੇ ਹਨ। ਚੌਥਾ ਪ੍ਰਮਾਣ ਇਹ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਿੱਖਾਂ 'ਚੋਂ ਬਾਬਾ ਬੁੱਢਾ ਜੀ ਹੋਏ ਹਨ। ਉਹਨਾਂ ਦੀ ਵੰਸ਼ ਵਿੱਚ ਹੁਣ ਤੱਕ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਜਪਿਆ ਜਾ ਰਿਹਾ ਹੈ। ਪੰਜਵਾਂ ਪ੍ਰਮਾਣ ਸੁਣੋ। 6ਵੇਂ ਪਾਤਸ਼ਾਹ ਜੀ ਦੇ ਅਨੰਨ ਸੇਵਕ ਭਾਈ ਬਿਧੇ ਚੰਦ ਜੀ
ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਹੈ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਭਾਈ ਬਿਧੀ ਚੰਦ ਜੀ ਤੋਂ ਲੈ ਕੇ ਅੱਜ ਕੱਲ੍ਹ ਉਹਨਾਂ ਦੀ 11ਵੀਂ ਥਾਂ ਬਾਬਾ ਦਇਆ ਸਿੰਘ ਜੀ ਹੋਏ ਹਨ, ਜੋ ਬਾਬਾ ਬਿਧੀ ਚੰਦ ਜੀ ਦੇ ਦਲ ਦੇ ਜਥੇਦਾਰ ਹਨ। ਉਹ ਵੀ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਜਪਦੇ ਆ ਰਹੇ ਹਨ। ਸਾਧ ਸੰਗਤ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ-ਬੰਸ ਵਿੱਚ 8ਵੀਂ ਥਾਂ ਬਾਬਾ ਕਲਾਧਾਰੀ ਜੀ ਨੂੰ ਇੱਕ ਛੋਟੀ ਚੱਕਰੀ ਆਪਣੇ ਕੇਸਾਂ ਵਿੱਚੋਂ ਕੱਢ ਕੇ ਬਖਸ਼ਿਸ਼ ਕੀਤੀ ਸੀ, ਜਿਸ ਦੇ ਇੱਕ ਪਾਸੇ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਸੰਪੂਰਨ ਮੂਲ ਮੰਤਰ ਲਿਖਿਆ ਹੋਇਆ ਹੈ ਤੇ ਉਸ ਦੇ ਦੂਸਰੇ ਪਾਸੇ ਜੀਤੀ ਨੌਖੰਡ ਮੇਦਨੀ ਸਤਨਾਮ ਦਾ ਚੱਕਰ ਫਿਰਾਇਆ ਇਹ ਲਿਖਿਆ ਹੋਇਆ ਹੈ। ਉਹ ਚੱਕਰੀ ਬਾਬਾ ਕਲਾਧਾਰੀ ਜੀ ਨੇ ਆਪਣੇ ਸਿਰ ਦੇ ਕੇਸਾਂ ਵਿੱਚ ਸਜਾਉਣੀ ਕੀਤੀ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਸ-ਬੰਸ ਵਿੱਚ ਪੀੜ੍ਹੀ ਦਰ ਪੀੜ੍ਹੀ ਆਪਣੇ ਸਿਰ ਦੇ ਕੇਸਾਂ ਵਿੱਚ ਸਜਾਉਂਦੇ ਆ ਰਹੇ ਹਨ। ਹੁਣ 17ਵੀਂ ਥਾਂ 'ਤੇ ਉਹ ਚੱਕਰੀ ਬਾਬਾ ਸਰਬਜੋਤ ਸਿੰਘ ਜੀ ਬੇਦੀ ਜੀ ਦੇ ਸੀਸ ਉੱਪਰ ਸੁਭਾਈਮਾਨ ਹੈ। 6ਵਾਂ ਪ੍ਰਮਾਣ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵਰਸਾਏ ਹੋਏ ਤੇ 5 ਪਿਆਰਿਆਂ ਵਿੱਚ ਸਭ ਤੋਂ ਪਹਿਲਾਂ ਸੀਸ ਦੇਣ ਵਾਲੇ ਭਾਈ ਦਇਆ ਸਿੰਘ ਜੀ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਜਿੱਥੇ 5 ਪਿਆਰਿਆਂ ਨੂੰ ਆਪਣਾ ਰੂਪ ਦੱਸਿਆ, ਉੱਥੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਭਾਈ ਦਇਆ ਸਿੰਘ ਜੀ ਨੂੰ ਵਿਸ਼ੇਸ਼ ਕਰਕੇ ਆਪਣਾ ਰੂਪ ਦੱਸਿਆ ਹੈ। ਜੈਸਾ ਕਿ ਸਿਰੇ ਮੁਖ ਤੇ ਸਭਿਹੁਨ ਉਚਾਰਾ, ਦਇਆ ਸਿੰਘ ਮਮ ਰੂਪ ਉਦਾਰਾ। ਭਾਈ ਦਇਆ ਸਿੰਘ ਜੀ ਤੋਂ ਜੋ ਸੰਪਰਦਾ ਚੱਲੀ, ਜੋ ਅੱਗੇ ਚੱਲ ਕੇ ਹੋਤੀ ਮਰਦਾਨ ਸੰਪਰਦਾ ਕਹਿਲਾਈ ਹੈ, ਅੱਜ ਉਸ ਦੀ ਸ਼ਾਖਾ ਰਾੜਾ ਸਾਹਿਬ ਸੰਪਰਦਾ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਤਕਰੀਬਨ 50 ਸਾਲ ਗੁਰੂ ਨਾਨਕ ਦੀਆਂ ਸੰਗਤਾਂ ਨੂੰ ਸਿੱਖੀ ਦਾ ਉਪਦੇਸ਼ ਦ੍ਰਿੜ ਕਰਾਉਂਦੇ ਰਹੇ। ਉਹਨਾਂ ਨੇ ਵੀ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਜਪਿਆ ਹੈ ਤੇ ਜਪਾਇਆ ਹੈ। ਹੁਣ 7ਵਾਂ ਪ੍ਰਮਾਣ ਸੁਣੋ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿਕਟਵਰਤੀ ਤੇ ਗੁਰੂ ਸਾਹਿਬ ਤੋਂ ਵਿੱਦਿਆ ਪ੍ਰਾਪਤ ਕਰਨ ਵਾਲੇ ਮਹਾ ਕੁਰਬਾਨੀ ਵਾਲੇ ਭਾਈ ਮਨੀ ਸਿੰਘ ਜੀ ਸ਼ਹੀਦ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਨ੍ਹਾਂ ਤੋਂ 2 ਸੰਪਰਦਾਵਾਂ ਚੱਲੀਆਂ, ਇੱਕੋ ਦਮਦਮੀ ਟਕਸਾਲ 2 ਹਿੱਸਿਆਂ ਵਿੱਚ ਹੋ ਕੇ ਦਮਦਮੀ ਟਕਸਾਲ ਤੇ ਅੰਮ੍ਰਿਤਸਰ ਟਕਸਾਲ ਕਹਾਈ ਹੈ। ਦਮਦਮੀ ਟਕਸਾਲ ਦੇ ਮੁਖੀ ਬਾਬਾ ਦੀਪ ਸਿੰਘ ਜੀ ਤੋਂ ਅੱਜ ਤੱਕ ਸਾਰੇ ਮਹਾਂਪੁਰਸ਼ ਆਪ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਹੀ ਜਪਦੇ ਰਹੇ ਤੇ ਅੱਗੇ ਵਿਦਿਆਰਥੀਆਂ ਨੂੰ ਵੀ ਨਾਨਕ ਹੋਸੀ ਭੀ ਸੱਚ ਤੱਕ ਜਪਾਉਂਦੇ ਆ ਰਹੇ ਹਨ। ਹੁਣ 8ਵਾਂ ਪ੍ਰਮਾਣ ਇਹ ਹੈ ਕਿ ਅੰਮ੍ਰਿਤਸਰ ਵਾਲੀ ਟਕਸਾਲ ਭਾਈ ਮਨੀ ਸਿੰਘ ਜੀ ਤੋਂ ਲੈ ਕੇ ਅੱਜ ਤੱਕ ਸੰਤ ਮੱਖਣ ਸਿੰਘ ਜੀ ਇਸ ਟਕਸਾਲ ਦੇ ਮੁਖੀ ਹਨ ਤੇ ਅੰਮ੍ਰਿਤਸਰ ਟਕਸਾਲ ਦੇ ਸਾਰੇ ਹੀ ਮਹਾਂਪੁਰਖ ਗਿਆਨੀ ਵਿਦਿਆਰਥੀ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਹੀ ਜਪਦੇ ਹਨ ਤੇ ਜਪਾਉਂਦੇ ਆ ਰਹੇ ਹਨ। 9ਵਾਂ ਪ੍ਰਮਾਣ ਇਹ ਹੈ ਕਿ ਖਾਲਸਾ ਪੰਥ ਦੀ ਪੁਰਾਤਨ ਜਥੇਬੰਦੀ ਨਿਹੰਗ ਸਿੰਘ ਸੰਪਰਦਾ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬੁੱਢਾ ਦਲ ਤੇ ਤਰਨਾ ਦਲ ਜਥੇਬੰਦੀਆਂ ਦੇ ਰੂਪਾਂ ਵਿੱਚ ਸੇਵਾ ਨਿਭਾਉਂਦੀਆਂ ਆ ਰਹੀਆਂ ਹਨ, ਬੁੱਢੇ ਦਲ ਦੇ ਮੁਖੀ ਜਥੇਦਾਰ ਬਲਵੀਰ ਸਿੰਘ ਜੀ ਤੱਕ ਵੀ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਜਪਦੇ ਤੇ ਜਪਾਉਂਦੇ ਆ ਰਹੇ ਹਨ। 10ਵਾਂ ਪ੍ਰਮਾਣ ਹੈ ਤਰਨਾ ਦਲ ਦੀ ਜਥੇਬੰਦੀ ਵਿੱਚ ਅੱਜ ਕੱਲ੍ਹ ਜੋ ਬਾਬਾ ਮੱਖਣ ਸਿੰਘ ਜੀ ਜਥੇਦਾਰ ਹਨ, ਉਹ ਵੀ ਸਾਰੇ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਜਪਦੇ ਹਨ ਤੇ ਜਪਾਉਂਦੇ ਆ ਰਹੇ ਹਨ ਤੇ ਨਿਹੰਗ ਸਿੰਘਾਂ ਦੀਆਂ ਹੋਰ ਸੰਪਰਦਾਵਾਂ ਜਥੇਬੰਦੀਆਂ ਵਿੱਚ ਵੀ ਮੂਲ ਮੰਤਰ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਜਪਦੇ ਤੇ ਜਪਾਉਂਦੇ ਆ ਰਹੇ ਹਨ। 11ਵਾਂ ਪ੍ਰਮਾਣ ਹੈ ਨਾਨਕਸਰ ਸੰਪਰਦਾ ਦੇ ਮੋਢੀ ਮਹਾਨ ਤਪਸਵੀ ਬਾਬਾ ਨੰਦ ਸਿੰਘ ਜੀ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਖਸ਼ਾਤ ਗੁਰੂ ਨਾਨਕ ਦੇਵ ਜੀ ਮੰਨਿਆ ਹੈ। ਉਹਨਾਂ ਨੇ ਸਾਰੀ ਜ਼ਿੰਦਗੀ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਜਪਿਆ ਹੈ ਤੇ ਜਪਾਇਆ ਹੈ ਤੇ ਇੰਨੀ ਉੱਚੀ ਪਦਵੀ ਨੂੰ ਪ੍ਰਾਪਤ ਕੀਤਾ ਹੈ। 12ਵਾਂ ਪ੍ਰਮਾਣ ਹੈ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਜਿਨ੍ਹਾਂ ਤੋਂ ਮਸਤੂਆਣਾ ਸੰਪਰਦਾ ਚੱਲੀ ਹੈ। ਲੱਖਾਂ ਪ੍ਰਾਣੀਆਂ ਨੂੰ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ, ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਜਪਿਆ ਹੈ ਤੇ ਜਪਾਇਆ ਹੈ। ਹੁਣ ਤੱਕ ਉਹਨਾਂ ਦੀ ਸੰਪਰਦਾ ਸੰਪੂਰਨ ਮੂਲ ਮੰਤਰ ਵਿੱਚ ਵਿਸ਼ਵਾਸ ਰੱਖਦੀ ਆ ਰਹੀ ਹੈ। 13ਵਾਂ ਪ੍ਰਮਾਣ ਹੈ ਕਿ ਸੇਵਾ ਪੰਥੀ ਸੰਪਰਦਾ ਜੋ ਭਾਈ ਕਨ੍ਹਈਆ ਜੀ ਤੋਂ ਚੱਲੀ ਹੈ, ਇਹਨਾਂ ਦੇ ਪ੍ਰਧਾਨ ਮਹੰਤ ਤੀਰਥ ਸਿੰਘ ਜੀ ਰਹੇ ਹਨ, ਜੋ ਮਹਾਨ ਵਿਦਵਾਨ ਸਨ। ਇਹ ਵੀ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਮੰਨਦੇ ਆ ਰਹੇ ਹਨ।
14ਵਾਂ ਪ੍ਰਮਾਣ ਹੈ ਸਿੱਖ ਜਗਤ ਦੀ ਪ੍ਰਸਿੱਧ ਸੰਪਰਦਾ ਕਾਰ ਸੇਵਾ ਬਾਬਾ ਗੁਰਮੁਖ ਸਿੰਘ ਜੀ ਤੋਂ ਚੱਲੀ ਹੈ। ਇਹ ਵੀ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਜਪਦੇ ਤੇ ਜਪਾਉਂਦੇ ਆ ਰਹੇ ਹਨ। 15ਵਾਂ ਜਿਉਂਦਾ ਜਾਗਦਾ ਸਬੂਤ ਇਹ ਹੈ ਕਿ ਸਿੱਖ ਜਗਤ ਦਾ ਕੇਂਦਰੀ ਅਸਥਾਨ ਹਰਿਮੰਦਰ ਸਾਹਿਬ, ਉਸ ਦੀ ਸਾਹਮਣੇ ਵਾਲੀ ਕੰਧ ਉੱਪਰ ਸੋਨੇ ਦੇ ਪੱਤਰਿਆਂ ਵਿੱਚ ਸੰਪੂਰਨ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਲਿਖਿਆ ਹੋਇਆ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੱਕ ਸਿੱਖਾਂ ਨੂੰ ਮੂਲ ਮੰਤਰ ਉੱਪਰ ਕੋਈ ਸ਼ੰਕਾ ਨਹੀਂ ਸੀ। ਉਸ ਤੋਂ ਬਾਅਦ ਜਿਵੇਂ ਹੀ ਅੰਗਰੇਜ਼ਾਂ ਦਾ ਰਾਜ ਆਇਆ, ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਅੰਗਰੇਜ਼ਾਂ ਨੇ ਇਹ ਸ਼ੰਕਾ ਦਾ ਬੀਜ ਬੀਜਿਆ ਜਿਹੜੀ ਇਹਨਾਂ ਦੇ ਛਾਤਰ ਦਿਮਾਗ ਦੀ ਕਾਢ ਸੀ। 16ਵਾਂ ਪ੍ਰਮਾਣ ਇਹ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਸਿਰ ਤੇ ਸਜਾਉਣ ਵਾਲੇ ਚੱਕਰ ਦੇ ਉੱਤੇ ਸੰਪੂਰਨ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਲਿਖਿਆ ਹੋਇਆ ਹੈ, ਜੋ ਅੱਜ ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼ਸਤਰਾਂ ਵਿੱਚ ਸੁਭਾਈਮਾਨ ਹੈ, ਜਿਸ ਦੇ ਸਿੱਖ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਦੀਵਾਰ ਤੇ ਬਾਬਾ ਦੀਪ ਸਿੰਘ ਜੀ ਦੇ ਚੱਕਰ ਤੋਂ ਪੁਰਾਤਨ ਸਿੱਖਾਂ ਦੀ ਦ੍ਰਿੜਤਾ ਦਾ ਪਤਾ ਲੱਗਦਾ ਹੈ ਕਿ ਉਹਨਾਂ ਨੇ ਕਿਵੇਂ ਮੂਲ ਮੰਤਰ ਨੂੰ ਸਰਤਾਜ ਬਣਾ ਕੇ ਰੱਖਿਆ ਹੋਇਆ ਸੀ। 17ਵਾਂ ਪ੍ਰਮਾਣ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਸੰਜੋਗ ਜੋ ਪਟਿਆਲੇ ਵਾਲੇ ਰਾਜੇ ਦੇ ਖਾਨਦਾਨ ਕੋਲ ਮੌਜੂਦ ਹੈ। ਉਸ ਸੰਜੋਗ ਉੱਤੇ ਵੀ ਮੂਲ ਮੰਤਰ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਲਿਖਿਆ ਹੋਇਆ ਹੈ। 18ਵਾਂ ਪ੍ਰਮਾਣ ਹੈ ਦਸ਼ਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਅੰਗਰੇਜ਼ਾਂ ਦੇ ਰਾਜ ਸੰਭਾਲਣ ਤੋਂ ਪਹਿਲਾਂ ਵਿਚਾਲੇ ਮੂਲ ਮੰਤਰ ਦਾ ਨਿਸ਼ਚਾ ਨਾਨਕ ਹੋਸੀ ਭੀ ਸੱਚ ਤੱਕ ਦਾ ਪ੍ਰਮਾਣ ਮਿਲਦਾ ਹੈ। ਮਿਸਲਾਂ ਦੇ ਸਮੇਂ ਘੜੇ ਹੋਏ ਸਿੱਕਿਆਂ ਦੇ ਉੱਤੇ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਲਿਖਿਆ ਮਿਲਦਾ ਹੈ। ਸਬੂਤ ਵਜੋਂ ਆਪ ਜੀ ਇਹਨਾਂ ਸਿੱਕਿਆਂ ਦੇ ਦਰਸ਼ਨ ਕਰ ਸਕਦੇ ਹੋ। ਇਹ ਸਿੱਕੇ ਪਟਨਾ ਸਾਹਿਬ ਜੀ ਦੇ ਸਿੰਘ ਸਾਹਿਬਾਨ ਕੋਲ ਮੌਜੂਦ ਹਨ, ਜਿਹੜੇ ਬੜੀ ਮੁਸ਼ਕਲ ਦੇ ਨਾਲ ਇੰਗਲੈਂਡ ਤੋਂ ਲਿਆਂਦੇ ਹਨ। 19ਵਾਂ ਪ੍ਰਮਾਣ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਮੂਲ ਮੰਤਰ ਦੀ ਸੰਪੂਰਨਤਾ ਦਾ ਪ੍ਰਮਾਣ ਅੰਕਿਤ ਹੈ, ਜਿਨ੍ਹਾਂ ਦੀ ਰਚਨਾ 'ਤੇ ਸਮੁੱਚੇ ਪੰਥ ਨੂੰ ਪੂਰਨ ਵਿਸ਼ਵਾਸ ਹੈ ਤੇ ਜੋ ਗੁਰੂ ਘਰ ਵਿੱਚ ਵੇਦ ਵਿਆਸ ਦਾ ਰੁਤਬਾ ਰੱਖਣ ਵਾਲੇ ਹਨ, ਉਹਨਾਂ ਦੀ ਰਚਨਾ ਜੋ 40 ਵਾਰਾਂ ਦੇ ਰੂਪ ਵਿੱਚ ਉਪਲਬਧ ਹੈ, ਉਸ ਵਿੱਚ 39ਵੀਂ ਵਾਰ ਦੀ ਪਹਿਲੀ ਪੌੜੀ ਵਿੱਚ ਇਸ ਪ੍ਰਕਾਰ ਲਿਖਿਆ ਹੈ, ਏਕ ਓੰਕਾਰ ਏਕਾਂਗ ਲਿਖ ਊੜਾ ਓੰਕਾਰ ਲਖਾਇਆ, ਸਤਨਾਮ ਕਰਤਾ ਪੁਰਖ ਨਿਰਭਉ ਹੋਏ ਨਿਰਵੈਰ ਸਦਾਇਆ, ਅਕਾਲ ਮੂਰਤ ਪ੍ਰਤੱਖ ਹੋਏ ਨਾਉ ਅਜੂਨੀ ਸਹਿ ਭੰਗ ਪਾਇਆ, ਗੁਰ ਪ੍ਰਸਾਦ ਸੋ ਆਦ ਸੱਚ ਜੁਗੈ ਜੁਗੰਤਰ ਹੋਂਦਾ ਆਇਆ, ਹੈ ਭੀ ਹੋਸੀ ਸਚ ਨਾਉ ਸਚ ਦਰਸ਼ਨ ਸਤਿਗੁਰੂ ਦਿਖਾਇਆ, ਸ਼ਬਦ ਸੁਰਤ ਲਿਵ ਲੀਨ ਹੋਏ ਗੁਰ ਚੇਲਾ ਪਰਚਾ ਪਰਚਾਇਆ, ਗੁਰ ਚੇਲਾ ਰਹਿਰਾਸ ਕਰ 20-21 ਚੜਾਓ ਚੜਾਇਆ, ਗੁਰਮੁਖ ਸੁਖ ਫਲ ਅਲਖ ਲਖਾਇਆ। ਸੋ ਇਸ ਸ਼ਬਦ ਵਿੱਚ ਇਹ ਗੱਲ ਨਿਰਸੰਦੇਹ ਸਾਬਤ ਹੋ ਜਾਂਦੀ ਹੈ ਕਿ ਪੁਰਾਤਨ ਗੁਰਸਿੱਖਾਂ ਵਿੱਚ ਭਾਈ ਗੁਰਦਾਸ ਜੀ ਤੋਂ ਵਿਦਵਾਨ ਹੋਰ ਕੋਈ ਸਿੱਖ ਨਜ਼ਰ ਨਹੀਂ ਆ ਰਿਹਾ, ਜਿਨ੍ਹਾਂ ਨੇ 4 ਗੁਰੂ ਸਾਹਿਬਾਨਾਂ ਜੀ ਦੀ ਸੰਗਤ ਕੀਤੀ ਤੇ ਉਸ ਵੇਲੇ ਜੋ ਸਿੱਖਾਂ ਵਿੱਚ ਗੁਰੂ ਸਾਹਿਬ ਵੱਲੋਂ ਮੂਲ ਮੰਤਰ ਦਿੱਤਾ ਜਾਂਦਾ ਸੀ, ਉਸੇ ਨਿਸ਼ਚੇ ਨੂੰ ਭਾਈ ਗੁਰਦਾਸ ਜੀ ਨੇ ਇਸ ਪੌੜੀ ਵਿੱਚ ਲਿਖਿਆ ਹੈ। ਜੇ ਇਹ ਗਲਤ ਹੁੰਦਾ ਤਾਂ ਗੁਰੂ ਸਾਹਿਬਾਨ ਭਾਈ ਗੁਰਦਾਸ ਜੀ ਨੂੰ ਵਰਜ ਦਿੰਦੇ ਕਿ ਤੁਸੀਂ ਇਹ ਸ਼ਬਦ ਗੁਰਮਤਿ ਤੋਂ ਉਲਟ ਲਿਖ ਦਿੱਤਾ ਹੈ। ਭਾਈ ਗੁਰਦਾਸ ਜੀ ਨੇ ਇਸੇ ਸ਼ਬਦ ਵਿੱਚ ਜਿੱਥੇ ਮੂਲ ਮੰਤਰ ਸੰਪੂਰਨ ਲਿਖਿਆ ਹੈ, ਉੱਥੇ ਇਸ ਨੂੰ ਜਪਣ ਦੀ ਵਿਧੀ ਵੀ ਨਾਲ ਹੀ ਨਾਲ ਦਰਸਾ ਦਿੱਤੀ ਹੈ ਕਿ ਕਿਵੇਂ ਜਪਣਾ ਹੈ। ਸ਼ਬਦ ਸੁਰਤ ਲਿਵ ਲੀਨ ਹੋਏ ਕਿ ਸ਼ਬਦ ਵਿੱਚ ਸੁਰਤੀ ਨੂੰ ਲੀਨ ਕਰਕੇ ਲਿਵ ਲਾਉਣੀ ਹੈ। ਜੇ ਭਾਈ ਗੁਰਦਾਸ ਜੀ ਦੇ ਇੰਨੇ ਨਿੱਘਰ ਪ੍ਰਮਾਣ ਤੋਂ ਬਾਅਦ ਵੀ ਕਿਸੇ ਨੂੰ ਸ਼ੰਕਾ ਰਹਿੰਦੀ ਹੈ ਤਾਂ ਉਸ ਦੇ ਲਈ ਗੁਰੂ ਚਰਨਾਂ ਵਿੱਚ ਸਾਡੀ ਅਰਦਾਸ ਹੈ ਕਿ ਗੁਰੂ ਜੀ ਸੁਮਤ ਬਖਸ਼ਣ ਤਾਂ ਕਿ ਪੰਥ ਵਿੱਚ ਪਈ ਹੋਈ ਦੁਬਿਧਾ ਦੂਰ ਹੋ ਸਕੇ, ਅਸੀਂ ਜਪਣ ਜਪਾਉਣ ਵਿੱਚ ਇੱਕ ਹੋ ਜਾਈਏ। ਤੇ 20ਵਾਂ ਪ੍ਰਮਾਣ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸੱਚਖੰਡ ਤੋਂ ਮੂਲ ਮੰਤਰ ਲੈ ਕੇ ਵਾਪਸ ਆਏ ਸਨ ਤਾਂ ਤੀਸਰੇ ਦਿਨ ਵੇਈ ਨਦੀ 'ਚੋਂ ਪ੍ਰਗਟ ਹੋਏ ਤਾਂ ਉਸ ਵੇਲੇ ਭਾਈ ਭਗੀਰਥ ਜੀ ਗੁਰੂ ਜੀ ਦੇ ਬਸਤਰ ਲੈ ਕੇ ਉਵੇਂ ਹੀ ਖੜਾ ਸੀ। 3 ਦਿਨ ਨਾ ਉਸਨੇ ਕੁਛ ਖਾਧਾ, ਨਾ ਉਸਨੇ ਕੁਛ ਪੀਤਾ, ਨਾ ਹੀ ਉਹ ਸੁੱਤਾ, ਨਾ ਹੀ ਲੋਕਾਂ ਦੇ ਕਹਿਣ 'ਤੇ ਉਸਨੇ ਆਪਣਾ ਵਿਸ਼ਵਾਸ ਹਾਰਿਆ, ਕਿਉਂਕਿ ਲੋਕੀ ਕਹਿੰਦੇ ਸਨ ਕਿ ਦੌਲਤ ਖਾਂ ਦਾ ਮੋਦੀ ਨਾਨਕ ਵੇਈ ਨਦੀ ਵਿੱਚ ਡੁੱਬ ਗਿਆ ਹੈ।
ਨਵਾਬ ਦੌਲਤ ਖਾਂ ਨੇ ਵੇਈ ਨਦੀ ਵਿੱਚ ਜਾਲ ਪਵਾ ਕੇ ਬਹੁਤ ਲੱਭਿਆ ਕਿ ਕਿਤੋਂ ਨਾਨਕ ਦਾ ਸਰੀਰ ਲੱਭ ਜਾਏ, ਪਰ ਕੁਝ ਵੀ ਹੱਥ ਨਹੀਂ ਆਇਆ। ਇੱਕ ਭਾਈ ਭਗੀਰਥ ਜੀ ਤੇ ਇੱਕ ਬਾਬਾ ਜੀ ਦੀ ਭੈਣ ਨਾਨਕੀ ਜੀ ਦਾ ਨਿਸ਼ਚਾ ਨਹੀਂ ਸੀ ਡੋਲਿਆ। ਭੈਣ ਨਾਨਕੀ ਜੀ ਘਰ ਵਿੱਚ ਸਮਾਧੀ ਲਾ ਕੇ ਬੈਠੇ ਸਨ। ਭੈਣ ਜੀ ਨੇ ਵੀ ਨਾ ਕੁਝ ਖਾਧਾ, ਨਾ ਕੁਝ ਪੀਤਾ ਤੇ ਨਾ ਹੀ ਆਰਾਮ ਕੀਤਾ। ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਹੋ ਕੇ ਪਹਿਲਾਂ ਭਾਈ ਭਗੀਰਥ ਜੀ ਨੂੰ ਇਸ ਦੇ ਸਿਦਕ ਦਾ ਫਲ ਦਿੱਤਾ। ਕਿਹਾ ਕਿ ਸਿੱਖਾ ਨਿਹਾਲ। ਭਾਈ ਭਗੀਰਥ ਜੀ ਨੂੰ ਉਸ ਵੇਲੇ ਬ੍ਰਹਮ ਗਿਆਨ ਹੋ ਗਿਆ ਸੀ। ਦੂਸਰਾ, ਭੈਣ ਨਾਨਕੀ ਜੀ ਨੂੰ ਪਤਾ ਲੱਗਣ ਤੋਂ ਜਦੋਂ ਉਹ ਦਰਸ਼ਨ ਕਰਨ ਵਾਸਤੇ ਆਏ ਤਾਂ ਲੋਕਾਂ ਦੀ ਬੜੀ ਭੀੜ ਸੀ। ਉਸ ਵੇਲੇ ਭੈਣ ਜੀ ਨੂੰ ਕਿਹਾ ਕਿ ਕੜਾਹ ਪ੍ਰਸ਼ਾਦ ਬਣਾ ਕੇ ਲਿਆਓ। ਕੜਾਹ ਪ੍ਰਸ਼ਾਦ ਆਏ ਤੋਂ ਸਾਰਿਆਂ ਨੂੰ ਮੂਲ ਮੰਤਰ ਸੰਪੂਰਨ ਦ੍ਰਿੜ ਕਰਵਾਇਆ। ਗੁਰੂ ਜੀ ਨੇ ਆਪ ਪਹਿਲਾਂ ਮੂਲ ਮੰਤਰ ਬੋਲਿਆ ਤੇ ਸਿੱਖਾਂ ਨੂੰ ਦ੍ਰਿੜ ਕਰਵਾਇਆ। ਜਿਨ੍ਹਾਂ ਨੇ ਸੁਣਿਆ ਸਾਰਿਆਂ ਦੇ ਰੋਮ ਰੋਮ ਵਿੱਚੋਂ ਮੂਲ ਮੰਤਰ ਦੀਆਂ ਧੁਨਾਂ ਚੱਲ ਪਈਆਂ। ਜਿਸ ਜਗ੍ਹਾ ਸਤਿਗੁਰੂ ਜੀ ਵੇਈ ਨਦੀ ਵਿੱਚੋਂ ਪ੍ਰਗਟ ਹੋਏ ਉਸ ਥਾਂ ਸਤਿਗੁਰਾਂ ਦੀ ਯਾਦ ਵਿੱਚ ਗੁਰਦੁਆਰਾ ਸੰਤ ਘਾਟ ਬਣਿਆ ਹੋਇਆ ਹੈ ਤੇ ਐਸੇ ਹੀ ਪਵਿੱਤਰ ਸਥਾਨ 'ਤੇ ਸਿੱਖਾਂ ਨੂੰ ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਸਤਿਗੁਰਾਂ ਨੇ ਉਪਦੇਸ਼ ਦ੍ਰਿੜ ਕਰਵਾਇਆ। ਉਸ ਗੁਰਦੁਆਰਾ ਸਾਹਿਬ ਜੀ ਦੀ ਸਭ ਤੋਂ ਪਹਿਲਾਂ ਬਣੀ ਇਮਾਰਤ 'ਤੇ ਲਿਖਿਆ ਹੋਇਆ ਸੀ, ਜਿਸ ਕਰਕੇ ਨਵੀਂ ਬਣੀ ਇਮਾਰਤ 'ਤੇ ਵੀ ਮੌਜੂਦ ਹੈ, ਕਿਉਂਕਿ ਪੁਰਾਤਨਤਾ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਹੋਇਆ ਹੈ। ਸੋ ਸਾਧ ਸੰਗਤ ਜੀ, ਇੱਥੇ ਮੂਲ ਮੰਤਰ ਦੀ ਵਿਚਾਰ ਸੰਪੂਰਨ ਹੁੰਦੀ ਹੈ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪੁਰਾਤਨ ਗੁਰਸਿੱਖਾਂ ਦੀ ਤਰ੍ਹਾਂ ਮੂਲ ਮੰਤਰ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਤੇ ਹਠ ਧਰਮੀ ਤਿਆਗ ਕੇ ਮੂਲ ਮੰਤਰ ਸੰਪੂਰਨ ਇੱਕ ਓਂਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਜਪ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।